ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅਸੀਂ ਇਸ ਪ੍ਰੋਗਰਾਮ ਵਿੱਚ 10-15 ਦਿਨ ਬਾਅਦ ਗੱਲਬਾਤ ਕਰਦੇ ਹਾਂ ਆਪਣੇ ਰੀਅਲ ਸਟੇਟ ਬਾਰੇ। ਸਾਡਾ ਰੀਅਲ ਸਟੇਟ ਦਾ ਬਹੁਤ ਭਖਦਾ ਮਸਲਾ ਹੁੰਦਾ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਬਾਕੀ ਸੂਬਿਆਂ ਦੇ ਵਿੱਚ ਵੀ। ਇੱਥੇ ਇਹਦੇ ਬਾਰੇ ਬਹੁਤ ਸਾਰੀ ਗੱਲਬਾਤ ਹੁੰਦੀ ਹੈ। ਇਹਦੇ ਭਾਅ ਉੱਪਰ ਜਾਣੇ, ਘਰਾਂ ਦੀਆਂ ਕੀਮਤਾਂ ਵਧਣੀਆਂ। ਅਕਸਰ ਜਿੱਥੇ ਚਾਰ ਬੰਦੇ ਇਕੱਠੇ ਹੁੰਦੇ ਆ, ਇਹੀ ਗੱਲਾਂ ਬਾਤਾਂ ਅਕਸਰ ਚੱਲਦੀਆਂ ਨੇ। ਦੋ ਗੱਲਾਂ ਬਾਤਾਂ ਇਸ ਵੇਲੇ ਜ਼ਿਆਦਾ ਚਰਚਾ 'ਚ ਨੇ। ਇੱਕ ਤਾਂ ਕਿਹਾ ਜਾ ਰਿਹਾ ਕਿ ਬਹੁਤ ਸਾਰੀਆਂ ਪਾਰਟੀਆਂ ਨੇ ਹਾਊਸਿੰਗ ਅਫੋਰਡੇਬਿਲਟੀ ਦੀ ਗੱਲ ਕੀਤੀ ਆ। ਜਿੱਦਣ ਇਲੈਕਸ਼ਨ ਹੋ ਗਈ, ਰਿਜ਼ਲਟ ਆ ਗਏ, ਜੇ 19-21 ਇੱਧਰ ਉੱਧਰ ਹੋ ਗਈ, ਇੱਕ ਪਾਰਟੀ ਆ ਗਈ ਤਾਂ ਰੇਟ ਇੱਕਦਮ ਡਿੱਗ ਸਕਦੇ ਆ, ਦੂਜੀ ਪਾਰਟੀ ਆ ਗਈ ਤਾਂ ਰੇਟ ਇੱਕਦਮ ਉੱਪਰ ਜਾ ਸਕਦੇ ਆ। ਲੋਕਾਂ ਦੇ ਵਿੱਚ ਥੋੜ੍ਹਾ ਜਿਹਾ ਤੌਖਲਾ ਆ ਇਲੈਕਸ਼ਨ ਦਾ। ਕੰਜ਼ਰਵੇਟਿਵ ਜਿੱਤਦੇ ਆ, ਲਿਬਰਲ ਜਿੱਤਦੇ ਆ, NDP ਦੀ ਸਪੋਰਟ ਨਾਲ ਸਰਕਾਰ ਬਣਦੀ ਆ, ਮਾਈਨੋਰਿਟੀ ਬਣਦੀ ਆ। ਇਹਨਾਂ ਚੀਜ਼ਾਂ ਦਾ ਸਾਡੇ ਇੱਥੇ ਖਾਸ ਕਰ ਫਰੇਜ਼ਰ ਵੈਲੀ ਦੇ ਵਿੱਚ ਜਾਂ ਵੈਨਕੂਵਰ ਦੇ ਵਿੱਚ ਘਰਾਂ ਦੀ ਮਾਰਕੀਟ ਦੇ ਉੱਤੇ ਕੋਈ ਅਸਰ ਹੋ ਸਕਦਾ? ਇਹਨਾਂ ਦਾ ਕੋਈ ਆਪਸ ਦੇ ਵਿੱਚ ਸੰਬੰਧ ਹੈਗਾ? ਦੂਜੀ, ਇੱਕ ਨਵਾਂ ਟ੍ਰੈਂਡ ਇੱਥੇ ਰੀਅਲ ਸਟੇਟ ਮਾਰਕੀਟ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਦੇਖਣ ਦੇ ਵਿੱਚ ਆ ਰਿਹਾ, ਖਾਸ ਕਰ ਲੋਅਰ ਮੇਨਲੈਂਡ ਦੇ ਵਿੱਚ ਜਿਹੜੇ ਅਪਾਰਟਮੈਂਟ ਬਹੁਤ ਬਣ ਰਹੇ ਆ। ਔਰ ਅਪਾਰਟਮੈਂਟ ਦੇ ਵਿੱਚ ਜਾਂ ਜਿਹੜੇ ਕੌਂਡੋ ਆ, ਉਹਨਾਂ ਦੇ ਵਿੱਚ ਲੋਕ ਡਿਪੋਜ਼ਿਟ ਦੇਈ ਜਾਂਦੇ ਆ ਕਿ $20,000 ਜਾਂ $10,000 ਜਾਂ $50,000 ਜਮ੍ਹਾਂ ਕਰਾ ਦਿਓ, ਅਤੇ ਉਸ ਤੋਂ ਬਾਅਦ ਜਦੋਂ ਇਹ ਬਣਨੇ ਆ ਅਤੇ ਸਾਹਮਣੇ ਆਉਣੇ ਆ, ਉਹਦੇ ਤੋਂ ਬਾਅਦ ਇਹਨਾਂ ਦੇ ਰੇਟ ਆਪਣੇ ਆਪ ਹੀ 2-2 ਲੱਖ ਉੱਪਰ ਚਲੇ ਜਾਣੇ ਅਤੇ ਤੁਹਾਡਾ ਸਿੱਧਾ ਹੀ ਫਾਇਦਾ। ਇਹ ਕਿੰਨੀ ਕੁ ਠੀਕ ਗੱਲ ਆ? ਇੱਦਾਂ ਹੋ ਸਕਦਾ ਕਿ ਤੁਸੀਂ ਅੱਜ ਬੁੱਕ ਕਰਾ ਲਓ ਅਤੇ ਬੁੱਕ ਕਰਾਉਣ ਤੋਂ ਬਾਅਦ ਜਿੱਦਣ ਉਹ ਬਣ ਕੇ ਆ ਗਏ ਉਹਦੇ ਤੋਂ ਬਾਅਦ ਵੇਚ ਦਿਓ? ਇਹਦਾ ਡਿਪੋਜ਼ਿਟ ਕਦੋਂ ਦੇਣਾ ਪੈਂਦਾ, ਕਲੋਜ਼ਿੰਗ ਕਦੋਂ ਕਰਾਉਣੀ ਪੈਂਦੀ ਆ? ਇਹ ਬਹੁਤ ਸਾਰੀਆਂ ਗੱਲਾਂ ਬਾਰੇ ਲੋਕਾਂ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਹੈ। ਔਰ ਇਹ ਵੀ ਬੜਾ ਇੱਕ ਉਗੜਵੀਂ ਚੀਜ਼ ਆ ਪਿਛਲੇ ਸਮੇਂ ਦੇ ਵਿੱਚ ਕਿ ਇਹ ਕੌਂਡੋਜ਼ ਬਣ ਰਹੇ ਔਰ ਵਿਕ ਰਹੇ ਆ। ਜਿਹੜੀਆਂ ਸਾਈਟਾਂ ਦੇ ਉੱਤੇ ਅਜੇ ਬਣੇ ਵੀ ਨਹੀਂ, ਉਹ ਪਹਿਲਾਂ ਹੀ ਵਿਕੀ ਜਾਂਦੇ ਆ। ਇਹ ਇੱਕ ਨਵਾਂ ਟਰੈਂਡ ਆ ਕਿ ਹੁਣ ਜਿਹੜੇ ਡਿਟੈਚਡ ਹੋਮ ਨੇ ਉਹਨਾਂ ਤੋਂ ਇਹ ਲੋਅਰ ਮੇਨਲੈਂਡ ਦੀ ਮਾਰਕੀਟ ਇਸ ਪਾਸੇ ਨੂੰ ਚੱਲ ਰਹੀ ਹੈ। ਜੋ ਕੁਛ ਵੈਨਕੂਵਰ ਦੇ ਵਿੱਚ ਹੋਇਆ ਉਹੀ ਬਾਕੀ ਥਾਵਾਂ ਦੇ ਉੱਤੇ ਹੋ ਰਿਹਾ। ਅਜੇ ਵੀ ਰੀਅਲ ਸਟੇਟ ਮਾਰਕੀਟ ਹੌਟ ਆ, ਘਰ ਵਿਕ ਰਹੇ ਆ। ਇਹ ਕਿਹਦੇ ਹੱਕ 'ਚ ਜਾ ਰਹੀ ਹੈ ਗੱਲ, ਕਿਹਦੇ ਵਿਰੋਧ 'ਚ ਜਾ ਰਹੀ ਹੈ? ਇਹ ਕੁਛ ਨੁਕਤੇ ਨੇ ਦੋਸਤੋ ਜਿਹੜੇ ਆਪਾਂ ਅੱਜ ਸਾਂਝੇ ਕਰਨੇ ਆ। ਡਾਕਟਰ ਗੁਰਵਿੰਦਰ ਸਿੰਘ ਉਹਨਾਂ ਦੇ ਨਾਲ ਅਸੀਂ ਗੱਲਬਾਤ ਅਕਸਰ ਕਰਦੇ ਹਾਂ। ਅੱਜ ਉਹਨਾਂ ਨੂੰ ਅਸੀਂ ਫਿਰ ਬੇਨਤੀ ਕੀਤੀ ਹੈ ਕਿ ਸਾਡੇ ਨਾਲ ਆ ਕੇ ਇਹਦੇ ਬਾਰੇ ਦੱਸਣ। ਰਿਐਲਟਰ ਨੇ, ਬਹੁਤ ਐਕਟਿਵ ਰਿਐਲਟਰ ਨੇ ਰੀਅਲ ਸਟੇਟ ਮਾਰਕੀਟ ਦੇ ਵਿੱਚ ਲੋਅਰ ਮੇਨਲੈਂਡ ਦੀ 'ਚ। ਅਕਸਰ ਹੀ ਤੁਸੀਂ ਉਹਨਾਂ ਦੇ ਨਾਵਾਂ ਦੇ ਫੱਟੇ ਵੀ ਇੱਧਰ ਉੱਧਰ ਦੇਖਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਜਸਕਰਨ ਜੀ, ਤੁਹਾਡਾ ਧੰਨਵਾਦ, ਅਤੇ ਚੈਨਲ ਪੰਜਾਬੀ ਦੇ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਲੈਕਸ਼ਨ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਤੌਖ ਲਿਆ। ਕੁਛ ਕਹਿੰਦੇ ਵੀ ਜੇ ਕੰਜ਼ਰਵੇਟਿਵ ਜਿੱਤ ਗਏ ਤਾਂ ਇਹ ਹੋ ਜਾਣਾ, ਕੁਛ ਕਹਿੰਦੇ ਲਿਬਰਲ ਜਿੱਤ ਗਏ ਤਾਂ ਇਹ ਹੋ ਜਾਣਾ। ਵੱਡਾ ਫਰਕ ਪੈ ਸਕਦਾ? ਪਹਿਲੀ ਗੱਲ ਤਾਂ ਕਿ ਜੇ ਹੁਣ ਵਾਲੀ ਸਰਕਾਰ ਹੀ ਦੁਹਰਾਓ ਕਰਦੀ ਹੈ ਤਾਂ ਜੋ ਮਾਰਕੀਟ ਚੱਲ ਰਹੀ ਹੈ, ਸੁਭਾਵਿਕ ਹੀ ਹੈ ਕਿ ਇਸ ਦੇ ਡਿੱਗਣ ਦੇ ਕੋਈ ਅਸਾਰ ਨਹੀਂ। ਅਫੋਰਡੇਬਿਲਟੀ ਬਾਰੇ ਕੁਝ ਚੀਜ਼ਾਂ ਉਹਨਾਂ ਨੇ ਕਹੀਆਂ ਨੇ। ਇਹ ਕਿਹਾ ਕਿ ਅਸੀਂ ਜਿਹੜੀ ਅਸਾਈਨਮੈਂਟ ਆ, ਜੇ ਉਹ ਹੋਏਗੀ, ਭਾਵ ਜੇ ਫਲਿੱਪ ਜਿਸ ਨੂੰ ਕਹਿ ਦਿੰਦੇ ਆ, ਬਈ ਕੰਪਲੀਸ਼ਨ ਤੋਂ ਪਹਿਲਾਂ ਜੇਕਰ ਕਿਸੇ ਨੇ ਪ੍ਰਾਪਰਟੀ ਖਰੀਦ ਕੇ ਮੁੜ ਵੇਚਣੀ ਹੈ ਅਤੇ ਅਗਾਂਹ ਤੋਰਨੀ ਹੈ ਅਤੇ ਉਸ ਦੇ ਵਿੱਚ ਟੈਕਸ ਲੱਗੇਗਾ, ਕੁਛ ਇਸ ਤਰ੍ਹਾਂ ਦਾ। ਅਫੋਰਡੇਬਿਲਟੀ ਲਈ ਕੁਛ ਹੋਰ ਗੱਲਾਂ ਇੱਕ ਦੋ ਐਡ ਕੀਤੀਆਂ ਨੇ। ਸੋ ਸੁਭਾਵਿਕ ਹੀ ਹੈ, ਅਸੀਂ ਤਾਂ ਇਹ ਗੱਲ ਨੂੰ ਹਮੇਸ਼ਾ ਕਹਿੰਦੇ ਹਾਂ ਕਿ ਜੇਕਰ ਲੋਕਾਂ ਲਈ ਇਹ ਸੁਵਿਧਾ ਹੋਵੇ ਅਫੋਰਡੇਬਿਲਟੀ ਦੀ ਤਾਂ ਵਧੀਆ ਹੈ। ਸੋ ਜੇਕਰ ਇਹ ਰਿਪੀਟ ਹੁੰਦੀ ਹੈ ਤਾਂ ਕੋਈ ਬਹੁਤੀ ਵੱਡੀ ਇਸ ਤਰ੍ਹਾਂ ਦੀ ਤਬਦੀਲੀ ਨਹੀਂ ਆਏਗੀ। ਉਸਾਰੂ ਹੈ ਗੱਲ। ਦੂਸਰੇ ਪਾਸੇ ਜੇ ਕੰਜ਼ਰਵੇਟਿਵ, ਜਿਸ ਦੇ ਬਾਰੇ ਕਈ ਕਿਆਸ ਰਹੀਆਂ ਚੱਲ ਰਹੀਆਂ ਨੇ ਕਿ ਜਿਹੜੇ ਪੋਲਸ ਨੇ ਉਹ ਦੋਨਾਂ ਨੂੰ ਬਰਾਬਰ ਕਰ ਰਹੇ ਨੇ ਵਗੈਰਾ ਵਗੈਰਾ, ਉਹ ਪਹਿਲਾਂ ਤੋਂ ਕੰਜ਼ਰਵੇਟਿਵ ਦਾ ਜਿਹੜਾ ਖਿਆਲ ਹੈ ਬਿਜ਼ਨਸ ਕਲਾਸ ਦੇ ਜ਼ਿਆਦਾਤਰ ਉਹ ਲੋਕ ਉਸ ਦੇ ਹੱਕ ਦੇ ਵਿੱਚ ਸੋਚਦੇ ਨੇ ਕਿ ਵਪਾਰੀਆਂ ਦੇ ਜਾਂ ਮੋਟੀਆਂ ਸਾਮੀਆਂ ਦੇ ਹੱਕ 'ਚ। ਜਿਵੇਂ ਅਸੀਂ ਅਕਸਰ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ, ਇੰਡੀਆ ਦੀ ਗੱਲ ਕਰਦੇ ਹਾਂ, ਅਡਾਨੀ ਅੰਬਾਨੀ ਦੀ ਗੱਲ ਕਰਦੇ ਹਾਂ, ਉਹ ਜਿਹਾ ਰੁਝਾਨ ਕਈ ਵਾਰੀ ਹੁੰਦਾ। ਸੋ ਇਸ ਕਰਕੇ ਲੋਕ ਇਸ ਗੱਲ ਨੂੰ ਸਮਝਦੇ ਨੇ ਕਿ ਫਿਰ ਜਿਹੜਾ ਹੈ ਕੋਈ ਮਾਰਕੀਟ ਦੇ ਕਿਸੇ ਤਰ੍ਹਾਂ ਦੇ ਡਿੱਗਣ ਜਾਂ ਮਾਰਕੀਟ ਦਾ ਜਿਹੜਾ ਚੱਲ ਰਿਹਾ ਰੁਝਾਨ ਹੈ ਇਸ ਦਾ ਬਦਲਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਅਸੀਂ ਗੱਲ ਕਰੀਏ ਕਿ ਇਹ ਜਿਹੜੀਆਂ ਵੋਟਾਂ ਜਾਂ ਚੋਣਾਂ ਜਿਸ ਤਰ੍ਹਾਂ ਇਹ ਕਰਾਈਆਂ ਵੀ ਗਈਆਂ, ਇਹ ਵੀ ਬੇਵਜ੍ਹਾ ਜਿਹੜਾ ਪੈਰੀ ਘੁਹਾੜਾ ਮਾਰਨ ਵਾਲੀ ਗੱਲ ਹੈ। ਕੋਈ ਲੋੜ ਤਾਂ ਹੈ ਨਹੀਂ ਸੀ। ਲੋਕ ਮਹਿਸੂਸ ਕਰਦੇ ਸਨ ਕਿ ਤੁਸੀਂ ਕੰਮ ਕਰੋ, 2 ਸਾਲ ਹੋਰ ਤੁਹਾਨੂੰ ਦਿੱਤਾ ਹੈ, ਫਿਰ ਵੀ ਜੇ ਆਪਣੇ ਆਪ ਨੂੰ ਜੋਖਮ 'ਚ ਪਾਉਣਾ ਹੀ ਆ ਤਾਂ ਉਹਦਾ ਪਤਾ ਲੱਗ ਹੀ ਜਾਣਾ ਥੋੜ੍ਹੇ ਜਿਹੇ ਦਿਨਾਂ 'ਚ ਕਿਹਨੇ ਕੀ ਕੀਤਾ, ਕਿਵੇਂ ਨਹੀਂ ਕੀਤਾ। ਰਹੀ ਗੱਲ ਆਮ ਲੋਕਾਂ ਦੀ ਖਰੀਦੋ ਫਰੋਖਤ ਲਈ ਅਫੋਰਡੇਬਿਲਟੀ ਦੀ, ਉਹਦਾ ਇੱਕ ਨੁਕਤਾ ਬੁਨਿਆਦੀ ਇਹ ਹੈ ਕਿ ਤੁਸੀਂ ਦੇਖੋ ਸਿਟੀ ਹਾਲਾਂ ਦੇ ਵਿੱਚ ਕਿਸੇ ਨੇ ਘਰ ਬਣਾਉਣ ਲਈ ਆਪਣੇ ਵੱਲੋਂ ਪਲਾਨ ਦਿੱਤਾ ਹੋਇਆ, 6-6 ਮਹੀਨੇ, ਸਾਲ ਤੁਸੀਂ ਉਹਨਾਂ ਨੂੰ ਬੰਨੀ ਰੱਖਦੇ ਹੋ। ਜੇ ਤੁਸੀਂ ਅਫੋਰਡੇਬਿਲਟੀ ਦੀ ਗੱਲ ਕਰਦੇ ਹੋ ਤਾਂ ਕਹੋ ਤੁਸੀਂ ਐਪਲੀਕੇਸ਼ਨ ਲਾਈ ਹੈ ਅਤੇ ਮਹੀਨੇ ਦੇ ਵਿੱਚ ਚੱਕੋ ਅਤੇ ਬਣਾਓ, ਅੱਗੇ ਬੰਦੇ ਤੁਰਨ, ਸੌਖ ਸਹੂਲਤ ਹੋਵੇ। ਕੀ ਕਰਨ ਲੋਕ? ਪਹਿਲਾਂ ਤਾਂ ਤੁਸੀਂ ਇਕੱਠੇ ਕਰ ਲੈਂਦੇ ਉਹਨਾਂ ਨੂੰ, ਇਕੱਠੇ ਕਰਕੇ ਫਿਰ ਜਦੋਂ ਐਨ ਉਹਨਾਂ ਦਾ ਕੰਪੀਟੀਸ਼ਨ ਹੋ ਜਾਂਦਾ ਅਤੇ ਉਦੋਂ ਬਾਅਦ ਫਿਰ ਕਹਿੰਦੇ ਹੋ ਕਿ ਹੁਣ ਅਸੀਂ ਤੁਹਾਡੇ ਲਈ ਕੋਈ ਨਵਾਂ ਪਲਾਨ ਲਿਆ ਰਹੇ ਹਾਂ। ਇਹ ਤਰੀਕਾ ਨਹੀਂ ਹੈ। ਇਹ ਤਰੀਕਾ ਮਸਲੇ ਦਾ ਹੱਲ ਵੀ ਨਹੀਂ,
ਮਸਲੇ ਦਾ ਹੱਲ ਇਹ ਹੈ ਕਿ ਜਿਹੜਾ ਬੰਦਾ ਕੁਝ ਬਣਾਉਣਾ ਚਾਹੁੰਦਾ ਉਹਨੂੰ ਇੰਡੀਵਿਜੂਅਲ ਵਿਅਕਤੀ ਨੂੰ ਤੁਸੀਂ ਤੁਰੰਤ ਦਿਓ। ਜਿਹੜੇ ਤਾਂ ਵੱਡੇ ਵਪਾਰੀ ਨੇ ਜਿਨ੍ਹਾਂ ਨੇ 500 700 ਯੂਨਿਟ ਬਣਾਉਣੇ ਨੇ ਉਹਨਾਂ ਨੂੰ ਤਾਂ ਕੋਈ ਮੁਸ਼ਕਿਲ ਨਹੀਂ ਆਉਂਦੀ। ਮੁਸ਼ਕਿਲ ਕਿਹਨਾਂ ਨੂੰ ਆਉਂਦੀ ਹੈ? ਜਿਹੜਾ ਕਿ ਇੱਕ ਅੱਧਾ ਘਰ ਜਿਹਨੇ ਬਣਾਉਣਾ, ਉਹ ਗੇੜੇ ਉਹਨਾਂ ਦੇ ਇੰਨੇ ਲਵਾਏ ਜਾਂਦੇ ਨੇ, ਫਿਰ ਉਹਨਾਂ ਨੂੰ ਸਾਰੀਆਂ ਚੀਜ਼ਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ। ਸੋ ਅਫੋਰਡੇਬਿਲਟੀ ਇਹਨਾਂ ਇਲੈਕਸ਼ਨ ਦੇ ਵਾਅਦਿਆਂ ਦੇ ਨਾਲ ਪੂਰੀ ਨਹੀਂ ਹੋਣੀ। ਇਹ ਆ ਕਿ ਪ੍ਰੈਕਟੀਕਲ ਅਪਰੋਚ ਥੋੜ੍ਹੀ ਜਿਹੀ ਸੋਧਤ ਹੋਣੀ ਚਾਹੀਦੀ ਹੈ। ਮਤਲਬ ਤੁਹਾਡੇ ਕਹਿਣ ਦਾ ਕਿ ਕੋਈ ਵੱਡੀ ਇੱਕਦਮ ਵੀ ਮਾਰਕੀਟ ਡਿੱਗ ਪਈ ਜਾਂ ਬਹੁਤ ਤੇਜ਼ ਹੋ ਗਈ ਕਿਸੇ ਵੀ ਸਰਕਾਰ ਆਉਣ ਨਾਲ ਲੱਗਦਾ ਕੋਈ ਸੰਭਾਵਨਾ? ਅੱਜ ਤੱਕ ਇਸੇ ਤਰ੍ਹਾਂ ਹੀ ਰਿਹਾ। ਪਹਿਲਾਂ ਵੀ ਅੱਛਾ ਜੀ, ਪਹਿਲਾਂ ਵੀ ਚੋਣਾਂ ਜਦੋਂ ਹੁੰਦੀਆਂ ਸਨ ਉਸ ਵੇਲੇ ਇਹ ਕਿਹਾ ਜਾਂਦਾ ਸੀ ਹੁਣ ਫਲਾਣੇ ਆਉਣਗੇ ਤੇ ਹੁਣ ਇੱਕਦਮ ਬਦਲ ਜਾਏਗਾ, ਕਿਉਂਕਿ ਕੈਨੇਡਾ ਦੀ ਮਾਰਕੀਟ ਬੜੇ ਸਹੀ ਤੇ ਸਾਰੇ ਤਰ੍ਹਾਂ ਦੇ ਸਰਵੇਖਣਾਂ ਦੇ ਨਾਲ ਉਹਨਾਂ ਦੇ ਮੁਤਾਬਕ ਚੱਲਦੀ ਹੈ। ਪਹਿਲਾਂ ਇੱਕ ਇਸ ਤਰ੍ਹਾਂ ਦੀ ਚਰਚਾ ਚੱਲੀ ਸੀ ਜੀ, ਦੇਖੋ ਜੀ ਇੱਕਦਮ ਭਾਅ ਵਧਣਗੇ ਫਿਰ ਡਿੱਗਣਗੇ ਤੇ ਡਿੱਗ ਕੇ ਫਿਰ 22 ਦੇ ਵਿੱਚ ਫਿਰ ਜਿਹੜੇ ਆ ਹੋਣਗੇ। ਉਹ ਤਾਂ ਹੁਣ ਦੇਖੀ ਜਾਓ ਡਿੱਗੇ ਕਿੰਨੇ ਕੁ। ਅਸੀਂ ਹਮੇਸ਼ਾ ਪਿਛਲੇ 1 ਸਾਲ 2 ਸਾਲ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਇਸੇ ਤੁਹਾਡੇ ਮਾਧਿਅਮ ਰਾਹੀਂ ਕਿ ਇਸ ਤਰ੍ਹਾਂ ਦੇ ਜਿਹੜੇ ਦਿਲ ਭੁਲਾਊ ਜੇ ਵਾਅਦੇ ਜੇ ਨੇ ਜਿਸ ਕਿਸਮ ਦੇ ਆ, ਇਹ ਲੁਭਾਉਣੇ ਜਿਹੜੇ ਵਾਅਦੇ ਆ ਇਹਨਾਂ ਦੇ ਨਾਲ ਤੁਸੀਂ ਨੁਕਸਾਨ ਕਰ ਲੈਂਦੇ ਹੋ। ਤੁਸੀਂ ਉਡੀਕ 'ਚ ਬੈਠ ਜਾਂਦੇ ਹੋ ਕਿ ਬਹਿ ਜਾਓ, ਮਾਰਕੀਟ ਡਿੱਗੂ, ਪ੍ਰਾਈਸ ਥੱਲੇ ਆਊ, ਫੇਰ ਲਵਾਂਗੇ। ਹੁੰਦਾ ਉਲਟਾ, ਉਹ 6 ਮਹੀਨੇ ਪਹਿਲਾਂ ਜਿਹੜਾ ਕੀਮਤ ਸੀ ਉਹ ਤੋਂ ਆਉਂਦੇ 6 ਮਹੀਨੇ ਹੋਰ ਅਗਲੇ ਨੂੰ ਵਧਾ ਕੇ ਕਹਿੰਦੇ ਆ ਕਿ ਹੁਣ ਆਹੀ ਪ੍ਰੋਪਰਟੀ ਜਿਹੜੀ ਪਹਿਲਾਂ ਤੁਹਾਨੂੰ ਮਿਲੀਅਨ ਦੀ ਮਿਲਦੀ ਸੀ ਹੁਣ 11 ਦੀ ਮਿਲੂਗੀ। ਬੰਦਾ ਉਸ ਤੋਂ ਵੀ ਪਰੇਸ਼ਾਨ ਹੋ ਜਾਂਦਾ। ਸੋ ਹਮੇਸ਼ਾ ਇਹ ਦੇਖੋ ਕਿ ਜੇਕਰ ਤੁਸੀਂ ਯੋਗ ਹੋ ਉਸ ਨੂੰ ਲੈਣ ਦੇ, ਉਹ ਕਦਮ ਹੁਣ ਚੱਕ ਲਓ। ਇਹ ਨਾ ਸੋਚੋ ਕਿ ਭਵਿੱਖ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਏਗੀ। ਇਹ ਕਿਸੇ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੁੰਦੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਕੀਮਤਾਂ ਜ਼ਿਆਦਾ ਨਾ ਵਧਣ, ਟਿਕ ਜਾਣ ਜਿਵੇਂ ਕਿ ਹੈ। ਕੁਝ ਲੋਕਾਂ ਨੂੰ ਰਾਹਤ ਮਿਲੇ, ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਨਾ ਆਵੇ ਕਿ ਅਸੀਂ ਕੁਝ ਖਰੀਦ ਨਹੀਂ ਸਕਦੇ। ਪਰ ਇਸ ਲਈ ਨੀਤੀਗਤ ਸੁਧਾਰ ਦੀ ਲੋੜ ਹੈ, ਇਹ ਇਲੈਕਸ਼ਨ ਦੇ ਝੂਠੇ ਵਾਅਦਿਆਂ ਦੀ ਲੋੜ ਨਹੀਂ। ਡਾਕਟਰ ਸਾਹਿਬ, ਇੱਕ ਹੋਰ ਗੱਲ ਆਮ ਲੋਕ ਚਰਚਾ ਕਰਦੇ ਆ ਵੀ ਪਿਛਲੇ 1.5-2 ਸਾਲ ਤੋਂ ਲੋਕ ਆਏ ਨਹੀਂ ਬਾਹਰੋਂ, ਕੋਈ ਵੀ ਇੱਥੇ ਨਹੀਂ ਆਏ, ਤੇ ਹੁਣ ਜਦੋਂ ਕੋਵਿਡ ਜਿਹੜਾ ਕਿ ਆਪਣੇ ਆਖਰੀ ਸਾਹਾਂ ਦੇ ਉੱਤੇ ਆ, ਸਰਦੀਆਂ ਲੰਘੀਆਂ ਤੱਕ ਠੀਕ ਠਾਕ ਹੋ ਗਿਆ ਤੇ ਲੋਕ ਇੱਥੇ ਆਉਣੇ ਸ਼ੁਰੂ ਹੋ ਗਏ। ਵੀ ਇੱਕ ਤਾਂ ਇਹ ਕਿਹਾ ਜਾਂਦਾ ਵੀ ਲੋਕਾਂ ਨੇ ਜ਼ਿਆਦਾ ਕੈਨੇਡਾ ਦੇ ਵਿੱਚ ਆਉਣਾ ਕਿਉਂਕਿ ਇੱਥੇ ਕੋਵਿਡ ਨੂੰ ਬਹੁਤ ਚੰਗੀ ਤਰ੍ਹਾਂ ਹੈਂਡਲ ਕੀਤਾ ਗਿਆ। ਉਸ ਵੇਲੇ ਕਹਿੰਦੇ ਜਿਹੜੇ ਭਾਅ ਵਧਣੇ ਆ ਉਹ ਕਿਸੇ ਨੇ ਸੋਚੇ ਵੀ ਨਹੀਂ ਹੋਣੇ। ਕੋਈ ਗੱਲ ਹੋ ਸਕਦੀ ਇਦਾਂ ਦੀ ਵੀ ਭਾਅ ਵਧ ਜਾਣਗੇ? ਦੋ ਗੱਲਾਂ ਨੇ ਕਿ ਬਿਨਾਂ ਸ਼ੱਕ ਕੋਵਿਡ ਕਰਕੇ ਲੋਕ ਬੱਝੇ ਰਹੇ ਆ, ਪਰ ਉਹਦੇ ਦੌਰਾਨ ਵੀ ਕੀਮਤਾਂ ਵਧੀਆਂ ਜਦੋਂ ਕਿ ਆਮ ਇਹ ਕਿਹਾ ਜਾਂਦਾ ਸੀ ਕੋਵਿਡ ਦੇ ਨਾਲ ਘਟਣਗੀਆਂ। ਇਹ ਨਹੀਂ ਹੋਇਆ। ਸੋ ਨਾਰਮਲੀ ਕੀਮਤਾਂ ਦਾ ਜਿਹੜਾ ਵਧਣ ਦਾ ਇਸ ਗੱਲ ਦਾ ਸੁਨੇਹਾ ਦਿੰਦਾ ਕਿ ਇਸ ਤਰ੍ਹਾਂ ਨਹੀਂ ਹੁੰਦਾ। ਸੋ ਮੈਂ ਦੂਸਰੇ ਪਾਸੇ ਵੀ ਸੋਚਦਾ ਕਿ ਜੇਕਰ ਕੋਵਿਡ ਦੀ ਇਹ ਪ੍ਰਕੋਪ ਤੋਂ, ਕਿਉਂਕਿ ਇਹ ਸਾਡੇ ਨਾਲ ਹੀ ਚੱਲਣਾ, ਪਹਿਲੀ ਗੱਲ ਤਾਂ ਇਹ ਮੁੱਕਣਾ ਨਹੀਂ ਹੈ, ਇਹ ਤਾਂ ਹੁਣ ਨਾਲ ਇੱਕ ਹਿੱਸਾ ਹੀ ਬਣ ਗਿਆ ਸਾਡਾ, ਇਹਨੇ ਨਾਲੋਂ ਨਾਲ ਚੱਲਣਾ। ਸੋ ਇਹ ਜੇ ਖੁੱਲ੍ਹ ਵੀ ਗਿਆ, ਰਸਤੇ ਹੋ ਵੀ ਗਏ, ਤਾਂ ਵੀ ਕੋਈ ਏਡਾ ਵੱਡਾ ਅਲੋਕਾਰ ਕੋਈ ਚਮਤਕਾਰ ਨਹੀਂ ਹੋਣ ਲੱਗਾ ਕਿ ਬਹੁਤ ਅਸਮਾਨ ਨੂੰ ਛੂਹ ਜੂਗਾ। ਜਿਵੇਂ ਹੁਣ ਚੱਲਦਾ ਇਸ ਚਾਲ ਦੇ ਨਾਲ ਅੱਗੇ ਤੁਰ ਸਕਦਾ। ਪਰ ਹਕੂਮਤਾਂ ਨੂੰ, ਸਰਕਾਰਾਂ ਨੂੰ ਇਸ ਗੱਲ ਤੋਂ ਖਿਆਲ ਰੱਖਣਾ ਚਾਹੀਦਾ ਕਿ ਜੇ ਇਹੋ ਜਿਹਾ ਸੰਕੇਤ ਮਿਲ ਰਿਹਾ ਹੁਣ ਉਹਦਾ ਪ੍ਰਬੰਧ ਕੋਈ ਕਰਨਾ ਚਾਹੀਦਾ, ਉਹਦਾ ਸਹੀ ਮਾਪਦੰਡ ਹੋਣੇ ਚਾਹੀਦੇ, ਮੇਜਰਮੈਂਟ ਹੋਣੇ ਚਾਹੀਦੇ। ਯੈਸ, ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੋਵਿਡ ਦੇ ਘਟਣ ਤੋਂ ਬਾਅਦ ਲੋਕਾਂ ਦੇ ਵਿੱਚ ਆਵਾਜਾਈ ਵਧੇਗੀ। ਇਹ ਤਾਂ ਅਸੀਂ ਵੀ ਜਾਣਦੇ ਹਾਂ। ਕਈ ਹਾਂਗਕਾਂਗ ਦੀ ਮਿਸਾਲ ਦਿੰਦੇ ਆ, ਕਈ ਹੋਰਾਂ ਥਾਵਾਂ ਬਹੁਤ ਸਾਰੀਆਂ ਦਿੰਦੇ। ਉਹ ਅਲੱਗ-ਅਲੱਗ ਕਿਸਮ ਦੇ ਨੇ। ਜਿਸ ਤਰ੍ਹਾਂ ਕਈ ਇਹੋ ਜਿਹੇ ਇਨਵੈਸਟਰ ਨੇ ਜਿਨ੍ਹਾਂ ਨੇ ਇੱਥੇ ਆਉਣਾ, ਜਿਹੜੇ ਬਹੁਤ ਵੱਡੇ ਨੇ, ਮਲਟੀ ਮਿਲੀਅਨ ਡਾਲਰਸ ਦੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ, ਸੈਂਕੜੇ ਮਿਲੀਅਨਸ ਦੇ, ਉਹਨਾਂ ਦਾ ਨਿਸ਼ਾਨਾ ਉਹੀ ਹੁੰਦਾ ਤੇ ਉਹਨਾਂ ਦੀ ਮਾਰਕੀਟ ਕਦੇ ਬਹੁਤਾ ਅਸਰ ਨਹੀਂ ਪੈਂਦਾ, ਉਹ ਸਦਾ ਬਹਾਰ ਜੀ ਰਹਿੰਦੀ ਹੈ ਉਸ ਮਾਰਕੀਟ। ਇਹ ਆਮ ਮਾਰਕੀਟ ਜਿਹੜੀ ਹੈ ਸਿੰਗਲ ਫੈਮਿਲੀ ਡਵੈਲਿੰਗ ਘਰ ਲੈਣ ਵਾਲੇ ਹੋਏ, ਕੋਈ ਟਾਊਨ ਹਾਊਸ ਲੈਣ ਵਾਲੇ ਹੋਏ, ਉਹਨਾਂ 'ਤੇ ਵੱਧ ਘੱਟ ਅਸਰ ਪੈਂਦਾ। ਜਿਹੜੇ ਵੱਡੇ ਪ੍ਰੋਜੈਕਟ ਨੇ ਉਹ ਆਪਣੀ ਚਾਲ ਚੱਲਦੇ ਰਹਿੰਦੇ ਨੇ। ਸੋ ਜ਼ਿਆਦਾਤਰ ਇਹੋ ਜਿਹੇ ਜਿਹੜੇ ਬਾਹਰੋਂ ਆਏ ਇਨਵੈਸਟਰ ਨੇ ਉਹਨਾਂ ਲਈ ਹਮੇਸ਼ਾ ਹੀ ਮਾਰਕੀਟ ਜਿਹੜੀ ਹੈ ਠੀਕ ਹੁੰਦੀ ਹੈ। ਜਿਹੜੀਆਂ ਪਾਰਟੀਆਂ ਨੇ ਵਾਅਦੇ ਕੀਤੇ ਆ, ਲੋਕਾਂ 'ਚ ਇਹ ਵੀ ਚਰਚਾ ਹੈ ਕਿ ਫੋਰਨ ਬਾਇਰ ਟੈਕਸ ਜਿਹੜਾ ਵਧਾ ਰਹੀਆਂ ਆ, ਕੁਛ ਕਹਿੰਦੇ ਅਸੀਂ ਫੋਰਨ ਬਾਇਰ ਨੂੰ ਬੰਦ ਹੀ ਕਰ ਦੇਣਾ ਜੀ, ਵੀ ਉਹਦੇ ਨਾਲ ਕੋਈ ਅਸਰ ਪੈ ਸਕਦਾ ਮਾਰਕੀਟ ਦੇ ਉੱਤੇ ਜੇ ਇਹ ਪਾਰਟੀਆਂ ਆਪਣੇ ਵਾਅਦੇ ਪੂਰੇ ਕਰ ਦਿੰਦੀਆਂ? ਦੇਖੋ, ਜਿਹੜੇ ਹੁਣ ਕੋਵਿਡ ਦੇ ਵਿੱਚ ਸੀ ਇਹਨਾਂ 'ਚੋਂ ਤਾਂ ਕੋਈ ਬਾਹਰਲਾ ਨਹੀਂ ਸੀ, ਪਰ ਕੀਮਤਾਂ ਫਿਰ ਵੀ ਵਧੀਆਂ। ਇੱਥੇ ਹੀ ਬਹੁਤ ਬੈਠੇ ਆ, ਉਹਨਾਂ ਦੀ ਗੱਲ ਤਾਂ ਛੱਡੋ। ਜਿਹੜੇ ਪਹਿਲੇ ਆ ਵਧਾ ਦੇਣ, ਜਿੰਨਾ ਮਰਜ਼ੀ ਵਧਾ ਦੇਣ। ਜਿਨ੍ਹਾਂ ਨੇ ਫਿਰ ਇਨਵੈਸਟਮੈਂਟ ਨਹੀਂ ਕਰਨੀ, ਫਿਰ ਕਿਹੜਾ ਕੈਨੇਡਾ 'ਚ ਮੁੱਕ ਗਏ। ਇੱਥੇ PR ਵੀ ਹੋ ਰਹੇ ਆ। ਜਿਹੜੇ ਇੱਥੇ ਵਰਕ ਪਰਮਿਟ 'ਤੇ ਆ ਉਹ ਲਗਾਤਾਰ ਹਰ ਮਹੀਨੇ ਕਿੰਨੇ ਪਰਮਾਨੈਂਟ ਰੈਜ਼ੀਡੈਂਟ 'ਚ ਆ ਰਹੇ ਆ, ਉਦੋਂ ਉਹ ਯੋਗ ਹੋ ਰਹੇ ਆ ਖਰੀਦਣ ਦੇ।
ਉਹਨਾਂ ਨੇ ਮਾੜੇ ਮੋਟੇ ਪੈਸੇ ਜੋੜੇ ਆ, ਉਹ ਸੋਚਦੇ ਆ ਕਿ ਅਸੀਂ ਕਿਰਾਏ ਤੇ ਰਹਿ ਕੇ ਕਿਉਂ ਪੈਸੇ ਖਰਾਬ ਕਰ ਰਹੇ ਆ, ਇਹਦੇ ਨਾਲ ਇੰਨੀ ਕੁ ਹੋਰ ਜੇ ਜੋੜ ਦੀ ਰਕਮ ਤਾਂ ਸਾਡੀ ਮੌਰਗੇਜ ਲਊਗੀ ਤੇ ਅੱਜ ਜਿਹੜੀ ਚੀਜ਼ ਖਰੀਦਾਂਗੇ 2 ਸਾਲ ਨੂੰ ਉਹਦੀ ਕੀਮਤ ਵਧੂਗੀ। ਸੋ ਇੱਥੇ ਹੀ ਨਹੀਂ ਮੁੱਕਣੇ। ਹਾਂ, ਇੰਨਾ ਜ਼ਰੂਰ ਹੈ ਕਿ ਪਾਰਟੀਆਂ ਨੂੰ ਨੀਤੀਆਂ ਬਣਾਉਣ ਵੇਲੇ ਇਹ ਖਿਆਲ ਰੱਖਣਾ ਚਾਹੀਦਾ ਕਿ ਉਹ ਐਸੀ ਨੀਤੀ ਨਾ ਬਣਾਏ ਕਿ ਜਿਹੜੇ ਇਨਵੈਸਟਰ ਚੰਗੇ ਆ ਇਸ ਦੇਸ਼ ਦੇ ਵਿੱਚ ਆਉਣ ਦੀ ਥਾਂ ਤੇ ਟੋਟਲੀ ਮੂੰਹ ਮੋੜ ਲੈਣ। ਹੋਰ ਕੰਟਰੀ ਬਹੁਤ ਨੇ, ਹੋਰ ਤੁਹਾਨੂੰ ਮੌਕਾ ਦੇ ਦੇਣਗੇ। ਹਾਂ, ਇੱਥੋਂ ਦੇ ਲੋਕਾਂ ਨਾਲ ਧੱਕਾ ਨਾ ਹੋਵੇ। ਜਿਹੜੀ ਨੀਤੀ ਬਣਾਉਣੀ ਹੈ ਇਹ ਜ਼ਰੂਰ ਰੱਖੋ ਕਿ ਬਾਹਰਲਿਆਂ ਤੋਂ ਤੁਸੀਂ ਜਿੰਨਾ ਨਫਾ ਲੈਣਾ ਲਓ, ਪਰ ਇੱਥੋਂ ਦੇ ਲੋਕਾਂ ਨਾਲ ਧੱਕਾ ਨਾ ਹੋਵੇ। ਅਸੀਂ ਅਕਸਰ ਸਟੂਡੈਂਟ ਦੇ ਮਾਮਲੇ 'ਚ ਵੀ ਇਹ ਗੱਲ ਕਰਦੇ ਹਾਂ ਤੇ ਵਪਾਰ ਦੇ ਵੀ, ਰੀਅਲ estate ਦੇ ਮਾਮਲੇ 'ਚ ਵੀ ਇਹੀ ਤਰੀਕਾ ਹੈ। ਪਰ ਇਉਂ ਕੋਈ ਵੀ ਨਹੀਂ ਕਰਦਾ। ਇੰਨਾ ਪੈਰ ਤੇ ਕੁਹਾੜਾ ਮਾਰਨ ਵਾਲੀ ਹੁਕੂਮਤ ਕੋਈ ਨਹੀਂ ਹੁੰਦੀ ਕਿ ਅੰਨ੍ਹੇਵਾਹ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਿਹੜਾ ਪੱਕਾ ਬੰਦ ਕਰ ਦੇਵੇ। ਉਹਨਾਂ ਨੇ ਗੱਡੀ ਚਲਾਉਣ ਲਈ ਥੋੜ੍ਹਾ ਥੋੜ੍ਹਾ ਚੱਲਣਾ ਜ਼ਰੂਰ ਹੈ, ਪਰ ਸਾਡੇ ਕੋਲ ਇੱਥੋਂ ਵਾਲੇ ਹੀ ਨਹੀਂ ਮੁੱਕਣੇ। ਜੇ ਕੋਵਿਡ 'ਚ ਨਹੀਂ ਮੁੱਕੇ ਤਾਂ ਹੁਣ ਜਦੋਂ ਖੁੱਲ੍ਹ ਗਏ ਤਾਂ ਫਿਰ ਕਿੱਥੇ ਮੁੱਕਣੇ ਆ। ਬਿਲਕੁਲ, ਇਹ ਬਹੁਤ ਵਾਜਬ ਦਲੀਲ ਹੈ ਤੁਹਾਡੀ ਕਿ ਕੋਵਿਡ 'ਚ ਕਿਹੜਾ ਕੋਈ ਬਾਹਰੋਂ ਆਉਂਦਾ ਸੀ, ਇੱਥੋਂ ਦੇ ਇਨਵੈਸਟਰ ਹੀ ਨਹੀਂ ਸੀ। ਇੱਕ ਹੋਰ ਗੱਲ, ਕੋਈ ਵੇਲਾ ਸੀਗਾ ਡਿਟੈਚ ਹੋਮ ਲੈਂਦੇ ਸੀ, ਬੰਦਾ ਘਰ ਲੈਂਦੇ ਸੀ, ਖਾਸ ਕਰ ਆਪਣੇ ਪੰਜਾਬੀ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਸੁਭਾਅ ਸੀ ਵੀ ਘਰ ਲਾਓ, ਬੇਸਮੈਂਟ ਹੋਵੇ, ਉਹਨੂੰ ਕਿਰਾਏ ਤੇ ਚਾੜੋ। ਟਾਊਨ ਹਾਊਸ ਲੈਣਾ ਬਹੁਤਾ ਚੰਗਾ ਕੰਮ ਨਹੀਂ ਸੀ ਸਮਝਿਆ ਜਾਂਦਾ। ਕਹਿੰਦੇ ਸੀ ਥੋੜਾ ਜਿਹਾ ਰੁਕ ਜਾਓ, ਪੈਸੇ ਜੋੜ ਲਓ, ਲਿਓ ਘਰ ਹੀ। ਫਿਰ ਜ਼ਮਾਨਾ ਆਇਆ ਕਿ ਟਾਊਨ ਹਾਊਸ ਹੀ ਟਾਊਨ ਹਾਊਸ ਹੋ ਗਏ। ਸਰੀ ਦੇ ਵਿੱਚ ਜਾਂ ਆਲੇ ਦੁਆਲੇ ਦੇਖ ਲਓ ਤੁਸੀਂ ਵੀ ਲੋਕ, ਇੱਕ ਤਰ੍ਹਾਂ ਹੜ੍ਹ ਆ ਗਿਆ ਟਾਊਨ ਹਾਊਸਾਂ ਦਾ। ਹੁਣ ਮਿਲੀਅਨ ਡਾਲਰ ਦਾ ਕਹਿੰਦੇ ਟਾਊਨ ਹਾਊਸ ਹੀ ਵਿਕ ਰਿਹਾ। ਇਸ ਵੇਲੇ ਇੱਕ ਨਵਾਂ ਕਨਸੈਪਟ ਜਿਹੜਾ ਚੱਲ ਰਿਹਾ, ਪਹਿਲਾਂ ਵੀ ਸੀਗਾ ਭਾਵੇਂ, ਕਿ ਕੌਂਡੋਜ਼ ਦੇ ਵੱਲ ਨੂੰ ਲੋਕਾਂ ਦਾ ਰੁਝਾਨ ਬਹੁਤ ਜਾ ਰਿਹਾ, ਨਵੇਂ ਵੀ ਔਰ ਜਿਹੜੇ ਕਿਸੇ ਨੇ ਪਹਿਲਾਂ ਇੱਕ ਘਰ ਜਾਂ ਟਾਊਨ ਹਾਊਸ ਲਿਆ ਉਹ ਵੀ ਕਹਿੰਦਾ 10-20 ਹਜ਼ਾਰ ਡਿਪੋਜ਼ਿਟ ਦੇ ਦਿਓ, ਜਿੱਦਣ ਕੌਂਡੋ ਬਣ ਗਿਆ ਇਹਦੇ ਚੋਂ 1-2 ਲੱਖ ਨਿਕਲ ਜਾਣਾ, ਬਚ ਜਾਣਾ। ਇਹ ਕੀ ਹਿਸਾਬ ਆ ਤੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਜੀ। ਪ੍ਰੀ ਸੇਲ ਦੀ ਤੁਸੀਂ ਗੱਲ ਕਰ ਰਹੇ ਹੋ। ਪ੍ਰੀ ਸੇਲ ਪ੍ਰੋਜੈਕਟ ਜਿਹੜੇ ਨੇ, ਐਗਜ਼ਾਮਪਲ ਹੈ ਸਰੀ ਸੈਂਟਰਲ ਦੀ ਮੈਂ ਗੱਲ ਕਰਦਾ। ਅੱਛਾ ਜੀ। ਉੱਥੇ ਕਈ ਟਾਵਰ ਬਿਲਡਿੰਗਸ ਆਈਆਂ, ਉਹਨਾਂ ਦੇ ਬਾਰੇ ਪੂਰਾ ਡਿਜ਼ਾਈਨ ਤਿਆਰ ਹੋ ਗਿਆ। ਇਹ ਦੱਸਿਆ ਗਿਆ 2 ਜਾਂ 3 ਕਮਰਿਆਂ ਦੇ ਜਿਹੜੇ ਆ ਇਹ ਅਪਾਰਟਮੈਂਟ ਹੋਣਗੇ, ਕੋਈ 13 ਮੰਜ਼ਲੀ, ਕੋਈ 22 ਮੰਜ਼ਲੀ। ਤੇ ਉਹਨਾਂ ਦੇ ਲਈ ਕੁਝ ਟਾਈਮ ਦੇ ਲਈ ਵਿੰਡੋ ਖੋਲ੍ਹ ਦਿੱਤੀ ਜਾਂਦੀ ਹੈ ਕਿ ਫਲਾਣੇ ਦਿਨ 23 ਸਤੰਬਰ ਨੂੰ ਇੰਨੇ ਤੋਂ ਇੰਨੇ ਵਜੇ ਤੱਕ ਇਹ ਹੋਣਾ ਮੌਕਾ ਤੇ ਤੁਸੀਂ ਖਰੀਦ ਲਓ। ਡਿਪੋਜ਼ਿਟ ਜਿਹੜਾ ਹੈ ਉਹ ਇੱਕ ਮਤਲਬ ਬਣਿਆ ਨਹੀਂ ਹੁੰਦਾ ਜੀ? ਨਾ ਜੀ, ਨਾ ਬਣਿਆ ਨਹੀਂ ਹੁੰਦਾ। ਉਹਦਾ ਡਿਜ਼ਾਈਨ ਸਾਰਾ ਕੁਝ ਡਿਟੇਲ ਦੱਸੀ ਹੁੰਦੀ ਹੈ ਕਿ ਇੰਨੇ ਕਮਰੇ ਹੋਣਗੇ, ਇੰਨੀ ਮੰਜ਼ਿਲ ਤੇ ਹੋਵੋਗੇ ਤੁਸੀਂ, ਇਸ ਤਰ੍ਹਾਂ ਦਾ ਹੋਏਗਾ ਤੇ ਤੁਸੀਂ ਇੰਨੀ ਕੀਮਤ ਜਿਹੜੀ ਦੇ ਕੇ ਖਰੀਦ ਸਕਦੇ ਹੋ। ਹੁਣ ਤੁਸੀਂ ਆਪਣਾ ਨਾਂ ਦਰਜ ਕਰਵਾ ਸਕਦੇ ਹੋ। ਸਮਝ ਲਓ 20,000 ਜਾਂ 30,000 ਕੋਈ ਅਮਾਊਂਟ ਦੇ ਦਿੱਤਾ ਪਾਰਟੀਕੂਲਰ। ਸੋ ਉਹਨਾਂ ਦੇ ਵਿੱਚ ਤਾਂ ਲੋਕਾਂ ਦੇ ਅੰਦਰ ਇਹ ਚਾਹ ਹੈ ਜਾਂ ਇਹ ਕੋਸ਼ਿਸ਼ ਕਰਦੇ ਆ ਕਿ ਜਦੋਂ ਨੂੰ ਇਹ ਬਣਨੇ ਆ ਉਦੋਂ ਨੂੰ ਅਸੀਂ ਪੈਸੇ ਦਾ ਇੰਤਜ਼ਾਮ ਕਰ ਲਾਂਗੇ, ਉਦੋਂ ਨੂੰ ਕੋਈ ਨਾ ਕੋਈ ਪ੍ਰਬੰਧ ਕਰ ਲਾਂਗੇ, ਹੁਣ ਅਸੀਂ ਇਸ ਦੇ ਵਿੱਚ ਸ਼ਾਮਲ ਹੋ ਜਾਈਏ। ਅੱਜ ਸਾਡੀ ਜੇ ਮੌਰਗੇਜ ਨਹੀਂ ਵੀ ਹੈ ਤੇ ਅਸੀਂ 20, 30, 40, 50 ਹਜ਼ਾਰ ਇੱਧਰ ਉੱਧਰੋਂ ਪ੍ਰਬੰਧ ਕਰ ਲੈਂਦੇ ਹਾਂ ਤੇ ਸਮੇਂ ਦੇ ਨਾਲ ਨਾਲ ਅਸੀਂ ਕੁਆਲੀਫਾਈ ਹੋ ਜਾਵਾਂਗੇ। ਉਦੋਂ ਨੂੰ ਇਹਨਾਂ ਹੀ ਕੌਂਡੋਜ਼ ਦੀ ਕੀਮਤ ਕਈ ਗੁਣਾ ਵੱਧ ਜਾਣੀ ਹੈ। ਇਹ ਕਿੰਨੇ ਕੁ ਦੇ ਹੁੰਦੇ ਜੀ, ਕੋਈ ਅੰਦਾਜ਼ਾ? ਕੋਈ ਅੰਦਾਜ਼ਾ ਕਮਰਿਆਂ ਦੇ ਮੁਤਾਬਕ ਹੈ ਜੀ, ਸਾਈਜ਼ ਦੇ ਮੁਤਾਬਕ ਹੈ। 1200 ਸਕੁਅਰ ਫੀਟ, 1500, 2000, ਸੋ 8 ਲੱਖ, 9000, 9 ਲੱਖ ਜਾਂ ਮਿਲੀਅਨ ਕਿਵੇਂ ਕਿਵੇਂ ਵੱਧਦੇ ਨੇ। ਕੌਂਡੋਜ਼ ਵੀ ਜਿਹੜੇ ਹੋਣਾ, ਇੱਕ ਹੁੰਦੇ ਆ ਜਿਹੜੇ ਪੈਂਟ ਹਾਊਸ, ਉਹਨਾਂ ਦੀ ਕੀਮਤ ਹੋਰ ਵੀ ਵੱਧ ਹੁੰਦੀ ਹੈ। ਸੋ ਜਿਹੜੇ ਟਾਊਨ ਹਾਊਸ ਹੈ ਉਹਨਾਂ ਦੀ ਕੀਮਤ ਜਿਹੜੀ ਹੈ ਹੁਣ 9-9 ਲੱਖ ਨਵਿਆਂ ਦੀ ਹੋ ਚੁੱਕੀ ਹੈ। ਜਿਹੜੇ ਅਪਾਰਟਮੈਂਟ 3-3 ਬੈਡਰੂਮ ਦੇ ਨੇ ਉਹਨਾਂ ਦੀ ਜੇ ਅਸੀਂ ਸ਼ੁਰੂਆਤ ਕਰੀਏ ਵੀ 5-6 ਲੱਖ ਤੋਂ ਸ਼ੁਰੂ ਹੁੰਦੇ ਨੇ ਤਾਂ ਉਸ ਤੋਂ ਬਾਅਦ ਵੱਧਦੇ 7-8 ਲੱਖ ਤੱਕ ਜਾ ਰਹੇ ਨੇ। ਪਰ ਇਉਂ ਆ ਵੀ ਉਹਨਾਂ ਦੇ ਵਿੱਚ ਸਹੂਲਤਾਂ ਜਿਹੜੀਆਂ ਨੇ, ਜਿਹੜੀ ਆਮ ਅਸੀਂ ਅੱਜ ਦੇਖਦੇ ਹਾਂ ਕਿ ਪੁਰਾਣਾ ਵੀ ਜਿਹੜੇ ਕੋਈ ਟਾਊਨ ਹਾਊਸ ਲੈਂਦੇ ਆ ਉਹਦੀ ਕੀਮਤ ਵੀ ਕੋਈ ਬਹੁਤੀ ਘੱਟ ਨਹੀਂ ਹੈ, ਕੰਪੀਟੀਸ਼ਨ ਵੱਧ ਗਿਆ। ਸੋ ਜਿਹੜੇ ਲੋਕ ਸੁਚੇਤ ਪੱਧਰ ਦੇ ਨੇ ਦੋਨੇ ਤਰ੍ਹਾਂ ਹੀ ਕੋਸ਼ਿਸ਼ ਕਰਦੇ ਨੇ ਕਿ ਚਾਹੇ ਪ੍ਰੀ ਸੇਲ ਅਪਾਰਟਮੈਂਟ ਦੀ ਹੋਵੇ, ਕੌਂਡੋਜ਼ ਦੀ ਹੋਵੇ, ਜਾਂ ਪ੍ਰੀ ਸੇਲ ਟਾਊਨ ਹਾਊਸਿਸ ਦੀ ਹੋਵੇ। ਸੋ ਇਸੇ ਤਰੀਕੇ ਨਾਲ ਲੋਟਸ ਦੀ ਗੱਲ ਵੀ ਚੱਲਦੀ ਹੈ। ਜੇ ਕੋਈ ਸਿੰਗਲ ਫੈਮਿਲੀ ਡਵੈਲਿੰਗ ਦੀਆਂ ਲੋਟਸ ਮਿਲਦੀਆਂ ਨੇ ਉਹਨਾਂ ਦੇ ਪ੍ਰਤੀ ਵੀ ਲੋਕਾਂ ਦਾ ਇਹ ਹੁੰਦਾ ਕਿ ਆਉਂਦੇ ਸਮੇਂ ਇਸ ਪ੍ਰਾਪਰਟੀ ਦੇ ਵਿੱਚੋਂ 50 ਜਾਂ 20 ਲਾਟਾਂ ਨਿਕਲਣੀਆਂ ਤੇ ਇਹਨਾਂ ਦੀ ਤਿਆਰੀ PLA ਵਾਸਤੇ ਦਿੱਤੀ ਹੋਈ ਹੈ। 1 ਸਾਲ PLA ਨੂੰ ਲੱਗਣਾ, ਉਹ ਲੋਕੀ ਪਹਿਲਾਂ ਲੈ ਲੈਂਦੇ ਨੇ, ਪਹਿਲਾਂ ਹੀ ਆਪਣੇ ਨਾਮ ਬੁੱਕ ਕਰਾ ਦਿੰਦੇ ਨੇ। ਕਈ ਤਰ੍ਹਾਂ ਦੇ ਹਨ। ਪ੍ਰੀ ਸੇਲ ਦਾ ਜਿਹੜਾ ਕੌਨਸੈਪਟ ਹੈ ਅੱਜ ਕੱਲ੍ਹ ਬੜਾ ਮਸ਼ਹੂਰ ਹੈ ਤੇ ਲੋਕ ਇਸ ਦਾ ਫਾਇਦਾ ਵੀ ਲੈ ਰਹੇ ਨੇ ਤੇ ਕੋਈ ਐਸੀ ਗੱਲ ਨਹੀਂ ਹੈ ਕਿ ਇਸ ਦੇ ਨਾਲ ਕੋਈ ਨੁਕਸਾਨ ਹੋਏਗਾ। ਕਈ ਵਾਰ ਫਾਇਦਾ ਇਹ ਵੀ ਹੋ ਜਾਂਦਾ। ਠੀਕ ਹੈ, ਅੱਗੇ ਜਾ ਕੇ ਅਸਾਈਨਮੈਂਟ ਜਿਹੜੀ ਹੈ ਫਲਿੱਪ ਤੇ ਜੇ ਸਰਕਾਰ ਟੈਕਸ ਲਾਉਂਦੀ ਹੈ ਕਿ ਨਹੀਂ, ਸਮਾਂ ਦੱਸੇਗਾ। ਅੱਜ ਉਹ ਚਰਚਾ ਕਰ ਰਹੀ ਹੈ। ਇਹ ਡਾਕਟਰ ਸਾਹਿਬ ਕਿਸ ਤਰੀਕੇ ਨਾਲ ਹੁੰਦਾ? ਮੰਨ ਲਓ ਕਿਸੇ ਨੇ 10-20 ਹਜ਼ਾਰ ਕਿਸੇ ਕੋਲ ਹੈਗਾ, ਇੱਧਰ ਉੱਧਰ ਕਰਕੇ ਉਹਨੇ ਡਿਪੋਜ਼ਿਟ ਕਰ ਦਿੱਤਾ ਵੀ ਇਹ ਹਜੇ 2-4 ਸਾਲਾਂ ਨੂੰ ਬਣਨੇ ਆ। ਬੰਦਾ ਸੋਚਦਾ ਵੀ ਮੈਂ ਰਹਿਣਾ ਤਾਂ ਹੈ ਨਹੀਂ ਇਹਦੇ 'ਚ, ਮੈਂ ਇਹਨੂੰ ਵੇਚ ਦੇਣਾ ਅੱਗਿਓਂ, ਉਦੋਂ ਮਹਿੰਗਾ ਵਿਕਣਾ। ਉਹ ਇਦਾਂ ਵੇਚਿਆ ਜਾ ਸਕਦਾ ਹੁੰਦਾ ਕਾਨੂੰਨੀ ਤੌਰ ਤੇ ਕਿ ਉਹਦੇ 'ਚ ਵੀ ਕੋਈ ਅੜਚਨ? ਬਿਲਕੁਲ ਜੀ, ਬਹੁਤ ਵਾਜਬ ਗੱਲ ਹੈ ਤੁਹਾਡੀ। ਬਿਲਕੁਲ ਵੇਚਿਆ ਜਾ ਸਕਦਾ ਹੈ। ਉਹਦੇ 'ਚ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਅੰਕਿਤ ਹੁੰਦਾ ਹੈ
ਅੱਛਾ ਜੀ। ਪਹਿਲਾਂ ਇੱਕ ਖਾਸ ਜਿਹੜੇ ਵੱਡੇ ਡਿਵੈਲਪਰ ਬਿਲਡਰ ਨੇ ਉਹਨਾਂ ਦੇ ਕੰਟਰੈਕਟ ਵੀ ਵੱਖਰੇ ਹੁੰਦੇ ਨੇ, ਉਹਨੇ ਵੱਖਰੇ ਕੰਟਰੈਕਟ ਦੇ ਵਿੱਚ ਉਹਦੀ ਤਿਆਰੀ ਕੀਤੀ ਹੁੰਦੀ ਹੈ, ਉਹ 'ਚ ਲਿਖਿਆ ਜਾਂਦਾ ਹੈ। ਪਰ ਉਹਦੇ 'ਚ ਇੱਕ ਸਵਾਲ ਜ਼ਰੂਰ ਹੈ ਕਿ ਜੇਕਰ ਸਰਕਾਰ ਜਿਸ ਤਰ੍ਹਾਂ ਹੁਣ ਅਗਲੀ ਕਿਹੜੀ ਆਉਂਦੀ ਹੈ, ਤੁਸੀਂ ਪਹਿਲਾਂ ਜਿੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਉਹਨਾਂ ਦੀ ਨੀਤੀ ਕੀ ਹੈ, ਜੇ ਫਲਿੱਪ 'ਤੇ ਭਾਵ ਕੰਪਲੀਸ਼ਨ ਕਰਾਉਣ ਤੋਂ ਪਹਿਲਾਂ ਵੇਚਣ 'ਤੇ ਅਸਾਈਨਮੈਂਟ 'ਤੇ ਵੀ ਉਹ ਪ੍ਰੋਪਰਟੀ ਟੈਕਸ ਲਾ ਦਿੰਦੇ ਨੇ ਜਾਂ ਕੁਝ ਹੋਰ ਨੀਤੀ ਘੜਦੇ ਨੇ ਕਿ ਇਹ ਜਿਹੜੇ ਬਿਲਡਰ ਜਾਂ ਡਿਵੈਲਪਰ ਆ ਉਹਨਾਂ ਕੋਲ ਕੋਈ ਵਜ਼ਨ ਹੈ, ਤਾਂ ਕਿ ਨਵਾਂ ਖਰੀਦਦਾਰ ਜਿਹੜਾ ਅੱਜ ਪ੍ਰੀ ਸੇਲ 'ਚ ਨੂੰ ਇਹ ਸੋਚ ਕੇ ਖਰੀਦ ਰਿਹਾ ਕਿ ਮੈਂ ਕੰਪਲੀਸ਼ਨ ਨਹੀਂ ਕਰਾਉਣੀ, ਮੈਂ ਪੈਸੇ ਹੀ ਬਣਾਉਣੇ ਆ, ਕਿ ਉਹਦੇ ਸੱਚਮੁੱਚ ਬਣਨਗੇ। ਇਸ ਲਈ ਵੀ ਰੈਲਟਰਸ ਦਾ ਫਰਜ਼ ਬਣਦਾ ਉਹਨਾਂ ਨੂੰ ਸੁਚੇਤ ਕਰਨਾ। ਇਸ ਦੇ ਬਾਰੇ ਵੀ ਜਿਹੜੀ ਹੈ ਪੂਰੀ ਜਾਂਚ ਪੜਤਾਲ ਪਹਿਲਾਂ ਕਰ ਲੈਣੀ ਚਾਹੀਦੀ ਹੈ। ਤੁਸੀਂ ਜਦੋਂ ਕੁਝ ਖਰੀਦਦੇ ਹੋ ਇਕੱਲਾ ਇਹ ਨਾ ਸੋਚ ਕੇ ਖਰੀਦੋ ਕਿ ਮੈਂ 2 ਸਾਲਾਂ ਨੂੰ ਫਲਿੱਪ ਕਰਕੇ ਲੱਖ 2 ਲੱਖ ਜੇਬ 'ਚ ਪਾ ਲੂੰਗਾ। ਇਹ ਵੀ ਸੋਚ ਕੇ ਖਰੀਦੋ ਕਿ ਮੈਨੂੰ ਕੰਪਲੀਸ਼ਨ ਵੀ ਕਰਾਉਣੀ ਪੈ ਸਕਦੀ ਹੈ। ਕਈ ਬੰਦੇ ਕਹਿੰਦੇ ਕੰਪਲੀਸ਼ਨ ਤਾਂ ਆਪਾਂ ਕਰਾਉਣੀ ਨਹੀਂ, ਚਲ ਇੱਦਾਂ ਹੀ 50,000 ਬਣਾ ਦਿਓ। ਇਸ ਕਰਕੇ ਉਹ ਰਿਸਕ ਖੇਡ ਰਹੇ ਨੇ। ਉਹਨਾਂ ਨੂੰ ਰੈਲਟਰਸ ਨੂੰ ਵੀ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਭਾਈ ਇਹ ਵੀ ਹੋ ਸਕਦਾ ਕੱਲ੍ਹ ਨੂੰ ਕੋਈ ਰੂਲ ਬਦਲ ਜਾਏ, ਤੁਸੀਂ ਪ੍ਰਪੇਅਰ ਜ਼ਰੂਰ ਰਹੋ। ਹਾਂ, ਇੰਨਾ ਜ਼ਰੂਰ ਹੈ ਕਿ ਅੱਜ ਜਿਹੜਾ ਭਾਅ ਤੁਹਾਨੂੰ ਮਿਲਣਾ, ਅੱਜ ਤੋਂ ਸਾਲ ਬਾਅਦ ਇਹ ਕੀਮਤ ਨਹੀਂ ਮਿਲਣੀ। ਸੋ ਅੱਜ ਤੁਸੀਂ 20-40 ਹਜ਼ਾਰ ਦੇ ਨਾਲ ਪ੍ਰਾਪਰਟੀ ਆਪਣੇ ਹੱਥ 'ਚ ਲੈ ਲਈ ਹੈ, ਕੱਲ੍ਹ ਨੂੰ ਜਿਹੜੀ ਬਿਲਡਿੰਗ ਬਣਨੀ ਹੈ ਇਹਦੀ ਕੀਮਤ ਉਦੋਂ ਤੱਕ ਬਹੁਤ ਵੱਧ ਜਾਣੀ ਹੈ। ਵੋਟਾਂ ਤੋਂ ਬਾਅਦ ਡਾਕਟਰ ਸਾਹਿਬ ਮੌਰਗੇਜ ਬਾਰੇ ਕੋਈ ਸੂਚਨਾ ਮਿਲ ਰਹੀ, ਕੋਈ ਗੱਲਬਾਤ, ਕੋਈ ਕਨਸ਼ੋ ਹੈਗੀ ਵੀ ਇਹ ਸੌਖੀ ਹੋਊਗੀ ਜਾਂ ਔਖੀ ਹੋਊਗੀ ਜਾਂ ਇੱਦਾਂ ਰਹੂਗੀ, ਜਾਂ ਇਹ ਸਰਕਾਰ ਦੇ ਹੱਥ ਹੁੰਦਾ? ਜਦੋਂ ਅਲੱਗ-ਅਲੱਗ ਕਿਸਮ ਦੇ ਜਿਹੜੇ ਜਾਂ ਕਿਸੇ ਪੱਧਰ 'ਤੇ ਅਸੀਂ ਦੇਖਦੇ ਹਾਂ ਕਿ ਇੱਕ ਵਾਰੀ ਜਦੋਂ ਕੁਆਲੀਫਾਈ ਕਰਨ ਲਈ ਸਖਤੀਆਂ ਕੀਤੀਆਂ ਗਈਆਂ, ਕਈ ਤਰ੍ਹਾਂ ਦੇ ਰੂਲਸ ਲਾਏ ਗਏ, ਉਸ ਵੇਲੇ ਲੱਗਦਾ ਸੀ ਕਿ ਮੌਰਗੇਜ ਦਾ ਇੰਨਾ ਕੰਮ ਟਾਈਟ ਕਰਤਾ, ਹੁਣ ਨਹੀਂ ਕੁਝ ਬਣਨਾ। ਬਿਲਕੁਲ ਬਿਲਕੁਲ। ਉਹ ਫਿਰ ਵੀ ਉਸ ਤੋਂ ਬਾਵਜੂਦ ਜਿਹੜੀ ਕੁਆਲੀਫਾਈ ਹੋ ਰਹੇ ਨੇ ਬੰਦੇ, ਫਿਰ ਉਹਨਾਂ ਦੇ ਕੋਈ ਨਾ ਕੋਈ ਇਸ ਤਰ੍ਹਾਂ ਦੇ ਜਿਹੜੇ ਸਕੀਮ ਆ ਜਾਂ ਅਲੱਗ-ਅਲੱਗ ਨੀਤੀਆਂ ਬਣੀਆਂ, ਉਹਨਾਂ ਦਾ ਫਾਇਦਾ ਉਠਾ ਰਹੇ ਨੇ। ਸੋ ਮੈਨੂੰ ਲੱਗਦਾ ਕਿ ਮੌਰਗੇਜ ਦੀ ਕੁਆਲੀਫਾਈ ਕਰਨ ਦੀ ਸ਼ਰਤ ਜ਼ਰੂਰ ਸਖਤ ਹੋ ਸਕਦੀ ਹੈ, ਪਰ ਕੋਈ ਸਰਕਾਰ ਨਹੀਂ ਚਾਹੇਗੀ ਕਿ ਬੰਦੇ ਕੁਆਲੀਫਾਈ ਨਾ ਹੋਣ ਜਾਂ ਇੰਨੀ ਉਹਨਾਂ 'ਤੇ ਸਖਤੀ ਕਰ ਦਿਓ। ਸਟੂਡੈਂਟ ਆ ਰਹੇ ਨੇ, ਉਹਨਾਂ ਕੋਲ ਕਿੰਨਾ ਕੁ ਫੰਡ ਹੈ? ਉਹਨਾਂ ਸਟੂਡੈਂਟਸ ਨੇ PR ਤੋਂ ਲੈ ਕੇ ਪਰਮਾਨੈਂਟ ਰੈਜ਼ੀਡੈਂਟ ਬਣਨਾ, ਕੀ ਉਹਨਾਂ 'ਤੇ ਸਖਤੀ ਕੀਤੀ ਜਾਏਗੀ? ਉਹਨਾਂ ਨੂੰ ਕੁਆਲੀਫਾਈ ਕਰਨ ਲਈ ਕੋਈ ਨਾ ਕੋਈ ਰਸਤਾ ਕੱਢਣਾ ਪੈਣਾ ਗਾ। ਖਾਸ ਤੌਰ 'ਤੇ ਜਿਹੜੇ ਕੌਂਡੋਜ਼ ਅਪਾਰਟਮੈਂਟ ਵਾਲੇ ਆ ਉਹਨਾਂ ਲਈ ਤਾਂ ਜ਼ਰੂਰੀ ਹੈ, ਕਿਉਂਕਿ ਅਫੋਰਡੇਬਿਲਿਟੀ ਦੀ ਸਮੱਸਿਆ ਹੱਲ ਹੀ ਇਹਨਾਂ ਨੇ ਕਰਨੀ ਹੈ। ਹੁਣ ਹਰੇਕ ਨੂੰ ਸਿੰਗਲ ਫੈਮਿਲੀ ਡਵੈਲਿੰਗ ਇੰਡੀਵਿਜੂਅਲ ਘਰ ਤਾਂ ਨਹੀਂ ਬਣਾ ਕੇ ਲੈ ਵੀ ਨਹੀਂ ਸਕਦਾ ਅਤੇ ਦੇ ਨਹੀਂ ਸਕਦੇ, ਭਾਅ ਬਹੁਤ ਵਧੇ ਹੋਏ ਨੇ। ਸੋ ਹੁਣ ਤਾਂ ਨੂੰ ਖੜਵੇਂ ਰੁੱਖ 'ਚ ਜਾਣਗੀਆਂ ਇਮਾਰਤਾਂ। ਹੁਣ ਹੌਰੀਜੈਂਟਲ ਵਾਲਾ ਕੰਮ ਖਤਮ ਹੈ ਅਤੇ ਵਰਟੀਕਲ ਹੀ ਚੱਲੇਗਾ। ਸੋ ਇਹ ਇਮਾਰਤਾਂ ਕਿਵੇਂ ਕਿਵੇਂ ਬਣਦੀਆਂ ਨੇ ਇਹਨਾਂ ਬਿਲਡਿੰਗਸ ਦੇ ਵਿੱਚ, ਇਹ ਵੀ ਸੋਚਣਾ ਪੈਣਾ ਕਿ ਸਾਰਾ ਕੁਝ ਅਸੀਂ ਇੱਕੋ ਥਾਂ 'ਤੇ ਇੰਨਾ ਜ਼ਿਆਦਾ ਕੰਜਸਟਡ ਕਰ ਰਹੇ ਹਾਂ। ਜਿੱਥੇ ਬਾਹਰ ਅੰਦਰ ਰੈਜ਼ੀਡੈਂਸ਼ੀਅਲ ਜ਼ੋਨਿੰਗ ਦੀ ਜ਼ਮੀਨ ਹੈ, ਤੁਸੀਂ ਉੱਥੇ ਮੋਟੀਵੇਟ ਕਰੋ ਲੋਕਾਂ ਨੂੰ। ਹਕੂਮਤ ਜੇ ਚਾਹੁੰਦੀ ਹੈ ਮਸਲਾ ਹੱਲ ਕਰਨਾ ਕਿ ਇੰਨੀ ਰੈਜ਼ੀਡੈਂਸ਼ੀਅਲ ਜ਼ਮੀਨ ਪਹਿਲਾਂ ਹੀ ਪਈ ਹੈ, ਐਗਰੀਕਲਚਰ ਤੋਂ ਬਾਹਰ, ਸਰੀ ਤੋਂ ਬਾਹਰ ਪਈ ਹੈ, ਐਕਸਪੋਰਟ ਜਾਂ ਬਾਕੀ ਥਾਵਾਂ 'ਤੇ ਤੁਸੀਂ ਉੱਥੇ ਜਿਹੜਾ ਬਣਾਊਗਾ ਉਹਨੂੰ ਖਾਸ ਫੈਸਿਲਿਟੀ ਦੇਵਾਂਗੇ। ਉਹਨਾਂ ਲਈ ਕੋਈ ਹੋਰ ਸਹੂਲਤਾਂ ਕਰੋ ਤਾਂ ਕਿ ਲੋਕ ਖਿਲਰਨ, ਫੈਲਣ। ਹੁਣ ਫੈਲਣ ਦੀ ਥਾਂ 'ਤੇ ਇੱਕ ਰੋਡ ਤੋਂ ਦੂਜੇ ਰੋਡ ਤੱਕ ਸਰੀ ਦੇ ਵਿੱਚ ਜੇਕਰ ਡਰਾਈਵ ਕਰਕੇ ਜਾਣਾ ਇੱਕ ਸਟਰੀਟ ਤੋਂ ਦੂਜੀ ਤੱਕ ਤੇ 20 ਮਿੰਟ ਲੱਗ ਜਾਂਦੇ ਆ, ਉਦੋਂ ਨੂੰ ਬੰਦਾ ਇੱਥੋਂ ਹਾਈਵੇ 'ਤੇ ਪੈ ਕੇ ਐਬਸਪੋਰਟ ਚਲਿਆ ਜਾਂਦਾ। ਸੋ ਇਹ ਮੁਸ਼ਕਿਲ ਨੂੰ ਹੱਲ ਕਰਨ ਲਈ ਤਰੀਕਾ ਚਾਹੀਦਾ। ਇੱਕ ਡਾਕਟਰ ਸਾਹਿਬ ਜਿਹੜਾ ਕਨਸੈਪਟ ਸੀਗਾ ਪਹਿਲੇ ਜ਼ਮਾਨੇ ਦਾ, ਜਦੋਂ ਘਰ ਲੈਣਾ ਚਾਹੀਦਾ ਜੀ, ਹੁਣ ਫਰਕ ਇੰਨਾ, ਮੰਨ ਲਓ ਘਰ 1.5 ਮਿਲੀਅਨ ਦਾ ਘਰ ਮਿਲ ਜਾਂਦਾ, ਤਾਂ ਜਿਹੜਾ ਕੌਂਡੋ ਆ ਉਹ ਵੀ 8-8 ਲੱਖ ਦਾ ਮਿਲ ਰਿਹਾ ਆ। ਹਾਂਜੀ, ਇਹ ਵੀ ਹੁੰਦਾ ਕਿ ਕੁਝ ਲੋਕ ਪਸੰਦ ਹੀ ਉਹ ਚੀਜ਼ਾਂ ਨੂੰ ਕਰਦੇ ਆ ਵੀ ਅਸੀਂ ਹਾਈ ਰਾਈਜ਼ 'ਚ ਉੱਤੇ ਰਹਿਣਾ, ਅਸੀਂ ਘਰ ਲੈਣਾ ਹੀ ਨਹੀਂ। ਇਹ ਵੀ ਕੋਈ ਕੈਟਾਗਰੀ ਹੁੰਦੀ ਹੈ ਜਾਂ ਉਹੀ ਕੌਂਡੋ 'ਚ ਜਾਂਦਾ ਜਿਹੜਾ ਘਰ ਨਹੀਂ ਲੈ ਸਕਦਾ? ਨਹੀਂ, ਦੋ ਚੀਜ਼ਾਂ ਨੇ। ਜਿਹੜੇ ਨੌਜਵਾਨ ਪੀੜ੍ਹੀ ਆ ਉਹ ਤਾਂ ਪ੍ਰੈਫਰ ਕਰਦੀ ਹੈ ਕੌਂਡੋਜ਼ ਨੂੰ। ਅੱਛਾ ਜੀ, ਉਹ ਨਹੀਂ ਚਾਹੁੰਦੇ ਉਹਨਾਂ ਨੂੰ ਕੋਈ ਬਹੁਤਾ ਨਹੀਂ ਕਿ ਐਡਾ ਵੱਡਾ ਘਰ ਹੈ ਸਾਡਾ, ਇੰਨੀ ਲੋਟ ਦੇ ਵਿੱਚ ਹੈ, ਇੰਨੀ ਬਗੀਚੀ ਲੱਗੀ ਹੈ, ਫਿਰ ਅਸੀਂ ਉੱਥੇ ਸ਼ਾਮ ਨੂੰ ਬੈਠਾਂਗੇ ਬਗੀਚੇ। ਉਹ ਕਹਿੰਦੇ ਪਾਰਕ ਪੂਰਕ ਜਾਵਾਂਗੇ, ਆਪਣੀ ਇੱਥੇ ਕਿਹੜਾ ਘਾਹ ਸਾਫ਼ ਕਰੂ। ਉਹ ਕਹਿੰਦੇ ਉਹਨਾਂ ਕੀ ਹੈ ਜਿਹੜਾ ਹਿਸਾਬ ਕਿਤਾਬ ਰਾਤ ਨੂੰ ਸੋਣਾ, ਬਾਹਰ ਅੰਦਰ ਫਿਰ ਸਾਰਾ ਕੰਮ ਬਾਹਰ ਹੀ ਚੱਲਣਾ, ਘੁੰਮਣ ਫਿਰਨ ਨੂੰ ਹੋਰ ਥਾਂ ਬਹੁਤ ਨੇ। ਸੋ ਉਹ ਇਹਨਾਂ ਗੱਲਾਂ ਤੋਂ ਬਚ ਕੇ ਚੱਲਦੇ ਨੇ। ਸੋ ਮੈਨੂੰ ਲੱਗਦਾ ਕਿ ਆਉਂਦਾ ਸਮਾਂ ਜਿਹੜਾ ਅਗਲੀ ਪੀੜ੍ਹੀ ਦਾ ਹੈ ਉਹ ਖੜਵੇਂ ਰੁੱਖ ਵਾਲਾ ਹੀ ਹੈ। ਕੌਂਡੋਜ਼, ਪੈਂਟ ਹਾਊਸ, ਅਪਾਰਟਮੈਂਟ, ਟਾਊਨ ਹਾਊਸ ਇੱਧਰ ਜ਼ਿਆਦਾ ਝੁਕਾ ਹੈ। ਇਹਦਾ ਸਾਰੇ ਕੁਛ ਦਾ ਐਬਸਪੋਰਟ ਵੱਲ ਵੀ ਅਸਰ ਹੈਗਾ ਜੀ ਇਸ ਮਾਰਕੀਟ ਦਾ? ਉੱਥੇ ਵੀ ਪੂਰਾ ਜੀ, ਐਬਸਪੋਰਟ ਤੋਂ ਅੱਗੇ ਹੁਣ ਤਾਂ ਚਿਲਾਵਿਕ ਤੱਕ ਵੀ ਹੈ, ਇੱਧਰ ਮਿਸ਼ਨ ਤੱਕ ਵੀ ਹੈ। ਸੋ ਚਾਰੇ ਪਾਸੇ ਜਾਂਦੀ ਹੈ, ਵੇਵ ਹੈ। ਵੈਨਕੂਵਰ ਤੋਂ ਇੱਕ ਚੱਲਦੀ ਹੈ ਛੱਲ ਜੀ, ਉਹ ਛੱਲ ਵੱਜਦੀ ਸਰੀ ਤੋਂ ਹੁੰਦੀ ਹੌਲੀ ਹੌਲੀ ਚਿਲਾਵਿਕ ਤੱਕ ਚਲੀ ਜਾਂਦੀ ਹੈ। ਸੋ ਫਰਕ ਤਾਂ ਸਾਰੇ ਪਾਸੇ ਹੀ ਹੈ। ਅਤੇ
ਕੰਪੀਟੀਸ਼ਨ ਵੀ ਉਸੇ ਤਰ੍ਹਾਂ ਹੀ ਆ। ਪਰ ਇੰਨਾ ਜ਼ਰੂਰ ਹੈ, ਅਸੀਂ ਹਮੇਸ਼ਾ ਹਰੇਕ ਖਰੀਦਦਾਰ ਨੂੰ ਇਹ ਕਹਿੰਦੇ ਆ ਕਿ ਤੁਸੀਂ ਚਾਦਰ ਦੇਖ ਕੇ ਪੈਰ ਪਸਾਰੋ, ਪਹਿਲਾਂ ਸੋਚੋ, ਵਿਚਾਰੋ, ਇਸ ਦੀ ਪੇਮੈਂਟ ਇੰਨੀ ਬਣਨੀ ਹੈ, ਫਿਰ ਤੁਸੀਂ ਕਦਮ ਚੁੱਕੋ ਤੇ ਉਹਦੇ ਨਾਲ ਸੌਖੇ ਰਹੋਗੇ। ਐਵੇਂ ਸੁਣੀ ਸੁਣਾਈ ਗੱਲ ਦੇ ਵਿੱਚ ਜਾਂ ਫਲਾਣੇ ਦਾ ਘਰ ਬਹੁਤ ਵੱਡਾ ਜੀ, ਅਸੀਂ ਲਿਆ ਹੀ ਨਹੀਂ, ਕੀ ਕਹਿਣਗੇ, ਕਿਉਂ ਕਿਸ਼ਤ ਤੁਹਾਡੀ ਉਹਨੇ ਦੇ ਦੇਣੀ ਹੈ, ਕਹੀ ਜਾਵੇ ਜੋ ਕਹਿਣਾ, ਰਾਤ ਨੂੰ ਨੀਂਦ ਆ ਜਾਏ, ਸੌਖੇ ਰਹੋਗੇ, ਚਾਹੀਦਾ ਹੀ ਹੈ। ਕਈ ਇੱਕ ਆਖਰੀ ਸਵਾਲ ਡਾਕਟਰ ਸਾਹਿਬ, ਕਈ ਵਾਰੀ ਲੋਕ ਨਾ ਜਿਹੜੇ ਉਹਨਾਂ ਦਾ ਇਲਜ਼ਾਮ ਜਿਹੜਾ ਉਹ ਰੀਅਲਟਰ ਤੇ ਲੱਗਦਾ ਜੀ ਵੀ ਰੀਅਲਟਰ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਕਹਿ ਕੇ ਸਾਡਾ ਘਰ ਵਿਕਾ ਦਿੰਦੇ ਆ ਵੀ ਤੁਸੀਂ ਪਹਿਲਾਂ ਆਹ ਵੇਚੋ ਤੇ ਨਵਾਂ ਤੁਹਾਨੂੰ ਆਪਾਂ ਇਹਦੇ ਤੋਂ ਘੱਟ ਕੀਮਤ ਵਾਲਾ ਜਾਂ ਇਹਦੇ ਤੋਂ ਚੰਗਾ ਲੱਭ ਦੇਣਾ ਆ, ਤੁਸੀਂ ਇਹ ਵੇਚੋ ਜੀ, ਤੁਹਾਨੂੰ ਚੰਗੀ ਕੀਮਤ ਮਿਲ ਰਹੀ ਆ। ਉਹ ਵੇਚ ਲੈਂਦੇ ਆ ਤੇ ਗਾਂ ਕਹਿੰਦੇ ਰੀਅਲਟਰ ਹਜੇ ਦਵਾਉਂਦਾ ਨਹੀਂ, ਤੇ ਜਦੋਂ ਤੱਕ ਦਵਾਉਂਦਾ ਉਹਦੀ ਕੀਮਤ ਇੰਨੀ ਵੱਧ ਜਾਂਦੀ ਕਿ ਉਹ ਵਿਚਾਰੇ ਇੱਧਰ ਉੱਧਰ ਧੱਕੇ ਖਾਂਦੇ ਆ। ਇਹਦੇ 'ਚ ਰੀਅਲਟਰ ਦਾ ਕਿੰਨਾ ਕਸੂਰ ਹੁੰਦਾ ਜੀ? ਬਹੁਤ ਕਸੂਰ ਹੈ ਜੀ। ਪਹਿਲੀ ਗੱਲ ਤਾਂ ਇਹ ਗੱਲ ਹੈ ਕਿ ਜਿਹੜਾ ਉਹਨਾਂ ਨੂੰ ਦੱਸਦਾ ਉਹਨੂੰ ਪਹਿਲਾਂ ਘਰ ਦਿਖਾਉਣੇ ਚਾਹੀਦੇ ਉਹਨਾਂ ਨੂੰ ਹੋਰ। ਅੱਛਾ ਜੀ। ਹੱਥ ਦੇ ਵਿੱਚ ਕੋਈ ਨਾ ਕੋਈ ਪ੍ਰਾਪਰਟੀ ਲੈ ਕੇ ਫਿਰ ਉਹਦੇ ਮੁੱਲ ਉਹਦਾ ਵੱਟ ਕੇ ਦੇਣਾ ਚਾਹੀਦਾ। ਤੁਸੀਂ ਜਿੰਨੇ ਮਰਜ਼ੀ ਦੀ ਮਹਿੰਗੀ ਵੇਚ ਦਿਓ, ਜੇ ਉਸੇ ਸਮੇਂ ਨਹੀਂ ਖਰੀਦੀ ਗਈ ਤਾਂ ਤੁਹਾਡੇ ਤੇ ਦੋਸ਼ ਆਏਗਾ। ਜ਼ਿੰਮੇਵਾਰੀ ਤੁਹਾਡੀ ਹੈ, ਤੁਸੀਂ ਉਹਨਾਂ ਨੂੰ ਦੱਸ ਰਹੇ ਹੋ, ਪਰ ਇਸ ਦੇ ਨਾਲ ਖਰੀਦਦਾਰ ਇਕੱਲਾ ਉਹਦੇ ਤੇ ਜਾਂ ਵੇਚਣ ਵਾਲਾ ਉਹਦੇ ਤੇ ਸੁੱਟ ਕੇ ਫਾਰਗ ਨਹੀਂ ਹੋ ਸਕਦਾ। ਉਹ ਤਾਂ ਕਹਿ ਦਊਗਾ ਕਿ ਠੀਕ ਹੈ, ਮੈਂ ਕੋਈ ਜ਼ੁਲਮ ਤਾਂ ਕੀਤਾ ਨਹੀਂ, ਤੇ ਇਸ ਹਿਸਾਬ ਦੇ ਨਾਲ ਵੱਧ ਤੋਂ ਵੱਧ ਉਹਨੂੰ ਤੁਸੀਂ ਮਾੜਾ ਚੰਗਾ ਕਹਿ ਲਓਗੇ, ਪਰ ਨੁਕਸਾਨ ਕਿਹਦਾ? ਸੋ ਆਪ ਵੀ ਖੁਦ ਖਰੀਦਦਾਰ ਜਾਂ ਵਿਕਰੇਤਾ ਨੂੰ ਸੁਚੇਤ ਹੋਣਾ ਚਾਹੀਦਾ ਕਿ ਜਦੋਂ ਕਦਮ ਚੁੱਕਣਾ ਪਹਿਲਾਂ ਹੱਥ ਦੇ ਵਿੱਚ ਕੁਛ ਲੈ ਲੇ, ਪਹਿਲਾਂ ਪਲਾਨ ਹੋਵੇ। ਅਸੀਂ ਤਾਂ ਕਹਿੰਦੇ ਹਾਂ ਕਿ ਸਵੇਰ ਨੂੰ ਸੁਪਨਾ ਆਉਂਦਾ, ਉੱਠਦਾ, ਮੈਂ ਘਰ ਵੇਚਣਾ, ਚਲੋ ਜੀ ਲੱਭੋ ਰੀਅਲਟਰ, ਜਾਂ ਘਰ ਖਰੀਦਣਾ, ਹਾਂਜੀ ਅਸੀਂ ਘਰ ਖਰੀਦਣਾ, ਅੱਗੇ ਪੁੱਛੋ ਕਿਸ ਤਰ੍ਹਾਂ ਤੁਹਾਡੀ ਤਿਆਰੀ ਕੀ ਹੈ, ਉਹ ਤਾਂ ਜੀ ਬਾਅਦ 'ਚ ਹੋਈ ਜਾਊ, ਚਲੋ ਪ੍ਰਾਪਰਟੀਆਂ ਦਿਖਾਓ, ਕੀ ਦੇਖੋਗੇ, ਤੁਹਾਨੂੰ ਪਤਾ ਦੇਖਣਾ ਕੀ ਹੈ, ਪੱਲੇ ਕੀ ਹੈ, ਪੈਸੇ ਕਿੰਨੇ ਦਾ, ਪ੍ਰਬੰਧ ਕਿੰਨਾ, ਘੱਟੋ ਘੱਟ 2 ਮਹੀਨੇ ਪਹਿਲਾਂ ਤਿਆਰੀ ਕਰੋ, ਫਿਰ ਜਾ ਕੇ ਤੁਸੀਂ ਕੁਝ ਲੈਣ ਦੇ ਕਾਬਲ ਹੋ ਸਕਦੇ ਹੋ, ਫਿਰ ਸੌਖੇ ਰਹਾਂਗੇ। ਨਹੀਂ ਤਾਂ ਕਦੇ ਮੌਰਗੇਜ ਵਾਲਿਆਂ ਨਾਲ ਲੜਾਈ, ਕਦੇ ਰੀਅਲਟਰਾਂ ਨੂੰ ਗਾਲਾਂ, ਕਦੇ ਆਪਸ ਵਿੱਚ ਉਲਝਣਾ, ਰਾਤ ਨੂੰ ਬੌਂਦਲੇ ਰਹਿਣਾ। ਸੋ ਜੇ ਸ਼ਾਂਤਮਈ ਢੰਗ ਨਾਲ ਆਪਣੀ ਪ੍ਰਾਪਰਟੀ ਵੇਚ ਕੇ ਲੈਣੀ ਵੀ ਹੈ ਤਾਂ ਕਾਹਲੀ ਨਾ ਕਰੋ, ਸਹਿਜ ਮਤੇ ਦੇ ਨਾਲ ਹੀ ਕੰਮ ਕਰੋ। ਡਾਕਟਰ ਸਾਹਿਬ ਆਖਰ ਦੇ ਵਿੱਚ ਆਪਣਾ ਕੰਟੈਕਟ ਨੰਬਰ ਜੀ, ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ। ਪਹਿਲਾਂ ਤਾਂ ਬਹੁਤ ਸ਼ੁਕਰੀਆ ਜਸਕਰਨ ਜੀ ਤੁਹਾਡਾ ਸਮੇਂ ਲਈ। ਸੋ ਕਿਸੇ ਵੀ ਦਰਸ਼ਕ ਦੇ ਨਾਲ ਜੇਕਰ ਕੋਈ ਵੀ ਤੁਸੀਂ ਸੰਪਰਕ ਕਰਨਾ ਹੋਵੇ ਤਾਂ 604 825 1550। ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਵੱਲੋਂ ਤੁਹਾਡਾ, ਧੰਨਵਾਦ, ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਦੋਸਤੋ, ਅਸੀਂ ਡਾਕਟਰ ਗੁਰਵਿੰਦਰ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ। ਤੁਸੀਂ ਕਿਸੇ ਵੀ ਆਪਣੀ ਲੋੜ ਲਈ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਜਾਣਕਾਰੀ ਚਾਹੀਦੀ ਹੈ, ਕੋਈ ਨੁਕਤਾ ਸਮਝਣਾ ਇਹ ਹੁੰਦਾ ਕੀ ਹੈ, ਉਹ ਸਾਰੀ ਜਾਣਕਾਰੀ ਤੁਹਾਨੂੰ ਦੇਣਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।